प्यारे विद्यार्थियों सत श्री अकाल। मैं गुरविंदर सिंह गिल अज मैं तुहाडी पंजाबी की क्लास लैके हाज़र होया हाँ। अज असी 7वीं क्लास का चैप्टर नंबर 4 पेज नंबर 14 के उपरों करांगे। प्यारे विद्यार्थियों जिमें कि तुसीं अक्सर ही देखा होगा कि जदों असी अपने दोस्तां मित्रां नाल गल्लां करदे हां तां साडी उचारण अंगां दे विचों बहुत सारियां आवाज़ां निकलदियां। ਉਹ आवाज़ां नूं असी व्याकरणक भाषा दे विच ਧੁਨੀਆਂ कह दिंदे हां। ਧੁਨੀਆਂ ਦੇ ਸੁਮੇਲ ਤੋਂ ਸਾਡੇ ਵਰਨ ਬਣ ਜਾਂਦੇ ਆ। पर जदों असी ਧੁਨੀਆਂ ਦੇ ਸੁਮੇਲ ਤੋਂ ਸਾਡੇ ਕੋਲੇ ਵਰਨ ਬਣ ਜਾਂਦੇ ਆ ਤਾਂ ਉਹਨਾਂ ਨੂੰ ਅਸੀਂ ਲਿਖਤੀ ਰੂਪ ਦੇਣਾ ਹੁੰਦਾ। ਜਦੋਂ ਅਸੀਂ ਨਿਕਲੀਆਂ ਹੋਈਆਂ ਆਵਾਜ਼ਾਂ ਨੂੰ ਜਾਂ ਧੁਨੀਆਂ ਨੂੰ ਲਿਖਤੀ ਰੂਪ ਦਿੰਦੇ ਆ ਤਾਂ ਉਹਨਾਂ ਲਈ ਸਾਨੂੰ ਬਹੁਤ ਸਾਰੇ ਚਿੰਨ੍ਹਾਂ ਦੀ ਲੋੜ ਪੈਂਦੀ ਆ। ਉਹਨਾਂ ਚਿੰਨ੍ਹਾਂ ਦੇ ਸਮੂਹ ਨੂੰ ਅਸੀਂ ਲਿਪੀ ਕਹਿ ਦਿੰਦੇ ਆ। ਅੱਜ ਸਾਡਾ ਪੜ੍ਹਨ ਦਾ ਵਿਸ਼ਾ ਹੈਗਾ ਜੀ ਲਿਪੀ। ਉਹਦੇ ਨਾਲ ਹੀ ਆ ਲਗਾਂ ਤੇ ਲਗਾਖਰ। ਅੱਜ ਅਸੀਂ ਪੜ੍ਹਾਂਗੇ। ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਕਿ ਲਿਪੀ ਕੀ ਚੀਜ਼ ਆ। ਜਿਵੇਂ ਕਿ ਹਰੇਕ ਭਾਸ਼ਾ ਨੂੰ ਲਿਖਣ ਦੇ ਲਈ शुद्ध रूप में लिखण के लिए लिपि की जरूर लोड़ पैंदी है। पंजाबी भाषा नूं लिखण दे लई सब तो ढुकवीं लिपि है जी गुरमुखी लिपि। तो अंग्रेजी भाषा नूं लिखण दे लई सब तो ढुकवीं लिपि है रोमन लिपि। तो हिंदी इस तरह हिंदी भाषा नूं लिखण दे लई साडे कोल देवनागरी लिपि है। क्योंकि लिपि की मदद तो बिना असीं किसी भी भाषा नूं शुद्ध रूप दे विच नहीं लिख सकते। इसलिए सानूं ये याद रखना पऊगा कि लिपि हरेक भाषा नूं लिखण दे लई एक बहुत ही ज़्यादा महत्वपूर्ण है। इस तो आप जेकर पंजाबी भाषा की गल करी करिए आपां तां गुरमुखी लिपि है जिहड़ी ओह पंजाबी भाषा लई ढुकवीं आ। पुरातन समय दे विच इहनूं 35 अखरी भी कहा जाता सी क्योंकि इसके 35 अखर सी, 35 वर्ण सीगे। उस तो बाद इस दे विच 6 अखर होर ऐड कर दिते आ। इस दीयां 8 टोलियां भाव के 8 वर्ग बना दिते गए ने। ठीक है जी। इस तो अगे आपां गल करांगे परिभाषा दी। इहनूं असीं किस तरह डिफाइन कर सकते हैं। साडे मन दे विचों निकलियां होईयां आवाज़ां जां धुनीਆਂ ਨੂੰ ਲਿਖਤੀ रूप ਵਿੱਚ प्रगट ਕਰਨ ਲਈ ਜਿਹੜੇ ਚਿੰਨ੍ਹ ਸਾਨੂੰ ਚਾਹੀਦੇ ਨੇ ਉਹਨਾਂ ਚਿੰਨ੍ਹਾਂ ਦੇ ਸਮੂਹ ਨੂੰ ਅਸੀਂ ਲਿਪੀ ਕਹਿੰਦੇ ਆ। ਧਿਆਨ ਰੱਖਣਾ ਜਿਹੜੇ ਲਿਖਤੀ ਰੂਪ ਦੇ ਵਿੱਚ ਜਦੋਂ ਅਸੀਂ ਕਿਸੇ ਚੀਜ਼ ਨੂੰ ਲਿਖਦੇ ਆ ਤਾਂ ਉਹਦੇ ਲਈ ਜਿਹੜੇ ਚਿੰਨ੍ਹ ਵਰਤੇ ਜਾਂਦੇ ਆ ਉਹਨਾਂ ਨੂੰ ਅਸੀਂ ਵਰਨ ਕਹਿੰਦੇ ਆ। ਪਰ ਜਦੋਂ ਚਿੰਨ੍ਹਾਂ ਦੇ ਸਮੂਹ ਬਣ ਜਾਣ ਤਾਂ ਉਦੋਂ ਅਸੀਂ ਇਹਨੂੰ ਲਿਪੀ ਕਹਿੰਦੇ ਆ। ਸੈਕੰਡ ਨੰਬਰ ਤੇ ਅਸੀਂ ਡਿਫਾਈਨ ਕਰਾਂਗੇ ਕਿ भाषा ते लिपि दे विच की अंतर आ। कई विद्यार्थियों को इन्हां दा नहीं पता भी भाषा की हुंदी है लिपि की हुंदी है। जदों असीं बोलदे हां साडे मन दे जिहड़ियां भावनावां असीं बोल के प्रगट करदे हां जां धुनीਆਂ ਨੂੰ सिर्फ बोलदे हां ਉਹ हैगी भाषा। जदों असीं मन दे विचारां ਨੂੰ बाहर कढ़दे हां बोलदे हां सिर्फ ਉਹ भाषा। परंतु जदों असीं ਉਹਨੂੰ ਜਿਹੜੀਆਂ ਸਾਡੀਆਂ ਆਵਾਜ਼ਾਂ ਜਿਹੜੀਆਂ ਧੁਨੀਆਂ ਉਹਨੂੰ ਲਿਖਤੀ ਰੂਪ ਦੇਣ ਦੇ ਲਈ ਜਿਹੜੇ ਚਿੰਨ੍ਹ ਵਰਤੇ ਜਾਂਦੇ ਆ ਉਹਨਾਂ ਚਿੰਨ੍ਹਾਂ ਦੇ ਸਮੂਹ ਨੂੰ ਅਸੀਂ ਲਿਪੀ ਕਹਿ ਦਿੰਦੇ ਹਾਂ। ਇਹ ਸਾਡਾ ਸੀਗਾ ਜੀ ਅੱਜ ਲਿਪੀ। ਉਸ ਤੋਂ ਅੱਗੇ ਆਪਾਂ ਕਰਾਂਗੇ ਲਗਾਂ ਕੀ ਹੁੰਦੀਆਂ। ਜੇਕਰ ਲਗਾਂ ਦੇ ਪਰਿਭਾਸ਼ਾ ਦੀ ਗੱਲ ਕੀਤੀ ਜਾਵੇ ਲਗਾਂ ਦੀ ਪਰਿਭਾਸ਼ਾ ਕਿ ਪੰਜਾਬੀ ਭਾਸ਼ਾ ਨੂੰ ਇੱਥੇ ਧਿਆਨ ਰੱਖਣਾ ਪੰਜਾਬੀ ਭਾਸ਼ਾ ਨੂੰ ਲਿਖਤੀ ਰੂਪ ਵਿੱਚ ਜਾਂ ਉਚਾਰਨ ਦੇ ਵਿੱਚ ਸ਼ੁੱਧ ਕਰਨ ਦੇ ਲਈ ਜਿਹੜੇ ਚਿੰਨ੍ਹ ਅਸੀਂ ਵਰਤਦੇ ਹਾਂ। ਦੁਬਾਰੇ ਫਿਰ ਮੈਂ ਰਿਪੀਟ ਕਰ ਰਿਹਾ ਪੰਜਾਬੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਜਾਂ ਉਚਾਰਨ ਦੇ ਸਮੇਂ ਜਿਹੜੇ ਚਿੰਨ੍ਹ ਅਸੀਂ ਵਰਤਦੇ ਹਾਂ ਉਹਨਾਂ ਚਿੰਨ੍ਹਾਂ ਨੂੰ ਨੋਟ ਸਮੂਹ ਨਹੀਂ ਕਹਿਣਾ ਇੱਥੇ ਉਹਨਾਂ ਚਿੰਨ੍ਹਾਂ ਨੂੰ ਅਸੀਂ ਸਾਰੇ ਚਿੰਨ੍ਹਾਂ ਨੂੰ ਅਸੀਂ ਕੀ ਕਹਿੰਦੇ ਹਾਂ ਜੀ ਲਗਾਂ। ਪੰਜਾਬੀ ਭਾਸ਼ਾ ਦੇ ਵਿੱਚ ਲਗਾਂ ਦੀ ਗਿਣਤੀ 10 ਹੈ ਜੀ। ਸਾਡੇ ਕੋਲੇ ਪੰਜਾਬੀ ਭਾਸ਼ਾ ਵਿੱਚ ਲਗਾਂ ਦੀ ਗਿਣਤੀ ਹੈ ਜਿਹੜੀ ਉਹ 10 ਨੇ। ਇਹ ਲਗਾਵਾਂ ਵਿਅੰਜਨਾਂ ਨਾਲ ਜਿਹੜੇ ਵਿਅੰਜਨ ਇੱਕ ਹੁੰਦੇ ਆ ਸਵਰ ਅੱਖਰ ਪਹਿਲਾਂ ਇਹ ਵੀ ਦੱਸ ਦਿੰਦੇ ਆਪਾਂ। ਇੱਕ ਹੁੰਦੇ ਨੇ ਸਵਰ ਅੱਖਰ ਇੱਕ ਹੁੰਦੇ ਆ ਵਿਅੰਜਨ। ਸਵਰਾਂ ਦੇ ਨਾਲ ਇਹਨਾਂ ਦੀ ਗਿਣਤੀ ਕਿੱਦਾਂ ਹੋਣੀ ਆ ਉਹ ਤੁਹਾਨੂੰ ਮੈਂ ਇੱਕ ਟ੍ਰਿਕ ਦੱਸ ਰਿਹਾ ਜਿਸ ਨਾਲ ਤੁਸੀਂ ਚੰਗੀ ਤਰ੍ਹਾਂ ਇਹਨੂੰ ਯਾਦ ਕਰ ਲਓਗੇ। ਪਰ ਜੇਕਰ ਵਿਅੰਜਨਾਂ ਦੀ ਗੱਲ ਕੀਤੀ ਜਾਵੇ ਤਾਂ ਜਿੰਨੀਆਂ ਵੀ ਲਗਾਵਾਂ ਨੇ ਉਹ ਸਾਰੇ ਵਿਅੰਜਨਾਂ ਨਾਲ ਲੱਗਦੀਆਂ ਨੇ। ਜਿੰਨੀਆਂ ਵੀ ਲਗਾਵਾਂ ਨੇ ਉਹ ਸਾਰੇ ਵਿਅੰਜਨਾਂ ਨਾਲ ਲੱਗਦੀਆਂ ਨੇ। ਉਸ ਤੋਂ ਬਾਅਦ ਆਪਣੇ ਕੋਲ ਆਉਂਦੇ ਆ ਸਵਰ। ਜਿਵੇਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਤੁਸੀਂ ਕੀ ਕਹਿ ਸਕਦੇ ਹੋ ਸਾਡੇ ਕੋਲੇ 5 ਆ ਜਿਹੜੇ ਉਹ ਸਵਰ ਹੁੰਦੇ ਨੇ ਬੋਬਲਸ ਹੁੰਦੇ ਨੇ। ਪਰ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੇ ਬੋਬਲਸ ਨੇ ਜਿਹੜੇ ਸਵਰ ਨੇ ਉਹ ਸਿਰਫ 5 ਨੇ। ਉਹ ਉਹ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੇ ਸਵਰ ਨੇ ਉਹ ਸਿਰਫ 3 ਨੇ। ਉਹ ਹੈਗੇ ਆ ਜੀ ਊੜਾ ਆੜਾ ਐਂਡ ਈੜੀ। ਸਿਰਫ 3 ਨੇ ਸਾਡੇ ਕੋਲੇ ਸਵਰ। ਹੁਣ ਗੱਲ ਕਰਾਂਗੇ ਵੀ ਇਹਨਾਂ ਸਵਰਾਂ ਦੇ ਨਾਲ ਲਗਾਵਾਂ ਦੀ ਗਿਣਤੀ ਕਿਵੇਂ ਹੁੰਦੀ ਆ। प्यारे विद्यार्थियों इस ट्रिक को बड़े ध्यान नाल देखना। आम तौर पर तुसीं ये चीज़ भुल जाते हो पर मैं तुहानूं एक ट्रिक दस रहा। ये तुसीं की करोगे 3-4-3 का फॉर्मूला अप्लाई करोगे 3-4-3। उस तो बाद इनू सर्कल कर दोगे। पर ध्यान रखियो इनू सीरियल ऑर्डर ही लिखना।
ਆ ਲਓ ਇਹਨੂੰ ਇਹਦੇ ਨਾਲ ਸਰਕਲ ਕਰ ਦਿਆਂਗੇ, ਇਸ ਨੂੰ ਇਹਦੇ ਨਾਲ ਸਰਕਲ ਕਰ ਦਿਆਂਗੇ। ਤਾਂ ਹੁਣ ਅਸੀਂ ਕਹਿ ਸਕਦੇ ਹਾਂ ਵੀ ਊੜੇ ਨਾਲ 3 ਲਗਾਵਾਂ ਲੱਗਦੀਆਂ ਨੇ, ਆੜੇ ਨਾਲ 4 ਲੱਗਦੀਆਂ ਨੇ ਜੀ, ਈੜੀ ਨਾਲ 3 ਲੱਗਦੀਆਂ ਨੇ। ਇਹ ਟ੍ਰਿਕ ਸਭ ਤੋਂ ਵਧੀਆ ਟ੍ਰਿਕ ਹੈ, ਇਹਨੂੰ ਯਾਦ ਕਰ ਲਓ। ਮੈਂ ਦੁਬਾਰੇ ਫਿਰ ਰਿਪੀਟ ਕਰ ਰਿਹਾ, 3 4 3 ਇਹਨੂੰ ਯਾਦ ਕਰਨਾ। ਇਹ ਤੋਂ ਦੇਖ ਕੇ ਅਸੀਂ ਕਹਿ ਸਕਦੇ ਹਾਂ ਵੀ ਸਵਰਾਂ ਨਾਲ ਇੰਨੀਆਂ ਜਿਹੜੀਆਂ ਲਗਾਵਾਂ ਲੱਗਦੀਆਂ ਨੇ। ਜੇਕਰ ਆਪਾਂ ਅੱਗੇ ਚੱਲਾਂਗੇ ਇਹਨੂੰ ਤਾਂ ਸਾਨੂੰ ਪਤਾ ਲੱਗ ਜੂ ਕਿ ਕਿਹੜੀਆਂ ਲਗਾਵਾਂ ਲੱਗਦੀਆਂ। ਉਹ ਅਸੀਂ ਅਗਲੇ ਵੀਡੀਓ ਸੈਸ਼ਨ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਕਿਹੜੀਆਂ ਲਗਾਵਾਂ ਅੱਗੇ ਲੱਗਦੀਆਂ ਨੇ। ਇਸ ਤੋਂ ਅੱਗੇ ਆਪਣੇ ਗੱਲ ਕਰਦੇ ਹਾਂ ਜੀ ਲਗਾਖਰ ਦੀ, ਕਿਉਂਕਿ 3 ਟੌਪਿਕ ਆਪਾਂ ਇਹਦੇ ਵਿੱਚ ਕਲੀਅਰ ਕਰਨੇ ਆ। ਇਸ ਨੂੰ ਆਪਾਂ ਇੱਥੇ ਹੀ ਛੱਡ ਦਿੰਦੇ ਹਾਂ ਵੀ ਕਿਹੜੀਆਂ ਅੱਗੇ ਲਗਾਵਾਂ ਲੱਗਦੀਆਂ ਨੇ। ਹੁਣ ਆਪਾਂ ਕਰਦੇ ਹਾਂ ਜੀ ਲਗਾਖਰ ਕੀ ਹੁੰਦੇ ਨੇ। ਕੁਝ ਚਿੰਨ੍ਹ ਭਾਸ਼ਾ ਨੂੰ ਸ਼ੁੱਧ ਕਰਨ ਦੇ ਲਈ ਲਗਾਵਾਂ ਦੇ ਨਾਲ ਕੁਝ ਚਿੰਨ੍ਹ ਵਰਤੇ ਜਾਂਦੇ ਆ, ਹੋਰ ਚਿੰਨ੍ਹ ਵਰਤੇ ਜਾਂਦੇ ਆ। ਭਾਵ ਕੋਲ ਆਪਾਂ ਲਗਾਵਾਂ ਦੀ ਪਰਿਭਾਸ਼ਾ ਪੜ੍ਹੀ ਆ ਵੀ ਭਾਸ਼ਾ ਨੂੰ ਸ਼ੁੱਧ ਕਰਨ ਲਈ ਕੁਝ ਚਿੰਨ੍ਹ ਵਰਤੇ ਜਾਂਦੇ ਆ, ਉਹਨਾਂ ਨੂੰ ਅਸੀਂ ਲਗਾਵਾਂ ਕਹਿੰਦੇ ਆ। ਪਰ ਭਾਸ਼ਾ ਨੂੰ ਸ਼ੁੱਧ ਕਰਨ ਲਈ ਜਿਹੜੇ ਚਿੰਨ੍ਹ ਵਰਤੇ ਜਾਂਦੇ ਆ ਉਹਨਾਂ ਨਾਲ ਕੁਝ ਹੋਰ ਚਿੰਨ੍ਹਾਂ ਦੀ ਸਹਾਇਤਾ ਵੀ ਲਈ ਜਾਂਦੀ ਆ। ਉਹਨਾਂ ਹੋਰ ਚਿੰਨ੍ਹਾਂ ਨੂੰ ਅਸੀਂ ਲਗਾਖਰ ਬੋਲਦੇ ਹਾਂ। ਹੋਰ ਚਿੰਨ੍ਹਾਂ ਨੂੰ ਅਸੀਂ ਲਗਾਖਰ ਕਹਿ ਦਿੰਦੇ ਹਾਂ। ਪੰਜਾਬੀ ਭਾਸ਼ਾ ਵਿੱਚ ਜਿਹੜੇ ਲਗਾਖਰ ਆ ਉਹ 3 ਆ। ਇਹਦੇ ਲਈ ਵੀ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਟਰੈਕ ਦੱਸ ਕੇ ਜਾਊਂਗਾ ਜਿਹਦੇ ਨਾਲ ਕਿ ਤੁਸੀਂ ਇਹਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੇ ਹੋ ਵੀ ਕਿਹੜੇ ਲਗਾਖਰ ਕਿੰਨੀਆਂ ਲਗਾਵਾਂ ਦੇ ਨਾਲ ਕੰਮ ਕਰਦਾ, ਕਿਹੜਾ ਲਗਾਖਰ ਆ ਜਿਹੜਾ ਉਹ ਕਿੰਨੀਆਂ ਲਗਾਵਾਂ ਦੇ ਨਾਲ ਕੰਮ ਕਰਦਾ। ਇਹਦੇ ਲਈ ਇੱਕ ਟਰੈਕ ਹੈਗਾ। ਪਹਿਲਾਂ ਤਾਂ ਆਪਾਂ ਦੇਖਦੇ ਹਾਂ ਵੀ ਲਗਾਖਰ ਕਿਹੜੇ ਹੁੰਦੇ ਆ। ਲਗਾਖਰ ਆਮ ਤੌਰ ਤੇ ਆਪਣੇ ਕੋਲ 3 ਹੁੰਦੇ ਆ ਜੀ, ਬਿੰਦੀ, ਚਿੰਨ੍ਹ ਹੈ, ਟਿੱਪੀ ਤੇ ਅਧਕ। ਸਾਡੇ ਕੋਲ 3 ਹੈਗੇ ਆ ਜਿਹੜੇ ਲਗਾਖਰ 3 ਆ। ਇਹਨਾਂ ਨੂੰ ਅਸੀਂ ਵੈਸੇ ਲਿਖ ਦਿੰਦੇ ਆ ਬਿੰਦੀ, ਟਿੱਪੀ ਤੇ ਅਧਕ। ਇਹਨਾਂ ਦੇ ਚਿੰਨ੍ਹ ਮੈਂ ਇੱਧਰ ਲਿਖਤੇ ਆ, ਬਿੰਦੀ, ਧਿਆਨ ਨਾਲ ਦੇਖ ਲਓ, ਟਿੱਪੀ ਤੇ ਅਧਕ। ਹੁਣ ਇਹਦੇ ਲਈ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਟ੍ਰਿਕ ਦੱਸ ਕੇ ਜਾਣਾ ਵੀ ਤੁਹਾਨੂੰ ਕਿਵੇਂ ਪਤਾ ਲੱਗੂ ਕਿ ਬਿੰਦੀ ਕਿੰਨੀਆਂ ਲਗਾਵਾਂ ਨਾਲ ਲੱਗਦੀ ਹੈ, ਟਿੱਪੀ ਕਿੰਨੀਆਂ ਲਗਾਵਾਂ ਨਾਲ ਲੱਗਦੀ ਹੈ, ਤੇ ਅਧਕ ਜਿਹੜਾ ਅਧਕ ਆ ਉਹ ਕਿੰਨੀਆਂ ਲਗਾਵਾਂ ਨਾਲ ਲੱਗਦਾ। ਵੈਸੇ ਜੇਕਰ ਆਪਾਂ ਦੇਖੀਏ ਤਾਂ ਸਾਨੂੰ ਇਹ ਯਾਦ ਕਰਨਾ ਬਹੁਤ ਹੀ ਜ਼ਿਆਦਾ ਔਖਾ, ਕਿਉਂਕਿ ਥੋੜ੍ਹੇ ਜਿਹੇ ਟਾਈਮ ਬਾਅਦ ਅਸੀਂ ਇਹ ਭੁੱਲ ਜਾਂਦੇ ਹਾਂ। ਤਾਂ ਯਾਦ ਰੱਖਣਾ 6 4 ਐਂਡ 3। ਇਹਦੇ ਲਈ ਇਹ ਟ੍ਰਿਕ ਹੈਗਾ। ਆ ਲਓ ਇਹਨੂੰ ਰਾਊਂਡ ਕਰ ਦਿੰਦੇ ਆਪਾਂ ਇਸ ਤਰ੍ਹਾਂ। ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਵੀ ਬਿੰਦੀ, ਟਿੱਪੀ ਤੇ ਅਧਕ, ਠੀਕ ਹੈ, ਇਹਨਾਂ ਨੂੰ ਸੀਰੀਅਲ ਆਰਡਰ ਦੇ ਵਿੱਚ ਜ਼ਰੂਰ ਲਿਖਣਾ। ਹੁਣ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਬਿੰਦੀ ਆ ਉਹ 6 ਲਗਾਵਾਂ ਨਾਲ ਵਰਤੀ ਜਾਂਦੀ ਹੈ, ਟਿੱਪੀ ਆ ਜਿਹੜੀ ਉਹ 4 ਲਗਾਵਾਂ ਨਾਲ ਵਰਤੀ ਜਾਂਦੀ ਹੈ, ਤੇ ਅਧਕ ਆ ਜਿਹੜਾ ਉਹ 3 ਲਗਾਵਾਂ ਨਾਲ ਵਰਤਿਆ ਜਾਂਦਾ। ਜੇਕਰ ਹੁਣ ਅਸੀਂ ਬਿੰਦੀ ਦੀ ਗੱਲ ਕਰੀਏ, ਬਿੰਦੀ ਆ ਜਿਹੜੀ ਇੱਕ ਅਨੁਨਾਸਿਕ ਧੁਨੀ ਆ। ਜਦੋਂ ਆਵਾਜ਼ ਆ ਜਿਹੜੀ ਕਿੱਥੇ ਲਾਈ ਜਾਂਦੀ ਹੈ, ਪਹਿਲਾਂ ਆਪਾਂ ਇਹ ਗੱਲ ਕਰਦੇ ਹਾਂ ਬਿੰਦੀ ਅਸੀਂ ਕਿੱਥੇ ਲਾਉਂਦੇ ਹਾਂ। ਜਦੋਂ ਆਵਾਜ਼ ਹੈ ਜਿਹੜੀ ਸਾਡੀ ਨੱਕ ਰਾਹੀਂ ਹੋ ਕੇ ਆਉਂਦੀ ਹੈ ਤਾਂ ਅਸੀਂ ਬਿੰਦੀ ਦੀ, ਥੋੜ੍ਹੀ ਆਵਾਜ਼ ਨੱਕ ਰਾਹੀਂ ਆਉਂਦੀ ਹੈ ਤਾਂ ਅਸੀਂ ਬਿੰਦੀ ਦੀ ਵਰਤੋਂ ਕਰਦੇ ਹਾਂ। ਪਰ ਜਦੋਂ ਥੋੜ੍ਹੀ ਜ਼ਿਆਦਾ ਨੱਕ ਰਾਹੀਂ ਆਵਾਜ਼ ਆਉਂਦੀ ਹੈ ਤਾਂ ਅਸੀਂ ਉਹਨੂੰ ਟਿੱਪੀ ਦੇ ਵਿੱਚ ਬਦਲ ਦਿੰਦੇ ਹਾਂ, ਟਿੱਪੀ ਲਾ ਦਿੰਦੇ ਹਾਂ। ਅਧਕ ਕਾਹਦੇ ਲਈ ਵਰਤਿਆ ਜਾਂਦਾ? ਜਿਵੇਂ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਡਬਲ ਅੱਖਰ ਪੈਂਦਾ, ਹਿੰਦੀ ਦੇ ਵਿੱਚ ਡਬਲ ਅੱਖਰ ਅਸੀਂ ਪਾ ਦਿੰਦੇ ਹਾਂ, ਦੂਹਰਾ ਅੱਖਰ ਪਾ ਦਿੰਦੇ ਹਾਂ, ਪਰ ਪੰਜਾਬੀ ਭਾਸ਼ਾ ਦੇ ਵਿੱਚ ਅਸੀਂ ਉਹ ਅੱਖਰ ਦੀ ਆਵਾਜ਼ ਨੂੰ, ਭਾਵ ਕਿ ਦਬਾਅ ਨੂੰ ਦੂਹਰਾ ਕਰਨ ਦੇ ਲਈ ਅਸੀਂ ਅਧਕ ਦੀ ਵਰਤੋਂ ਕਰਦੇ ਹਾਂ। ਠੀਕ ਹੈ ਜੀ ਬੇਟਾ, ਇਹ ਸੀਗਾ ਅੱਜ ਦਾ ਆਪਾਂ ਲੈਸਨ। ਆਪਾਂ ਕੰਪਲੀਟ ਕੀਤਾ, ਲਿਪੀ ਵੀ ਇਹ 'ਚ ਕੰਪਲੀਟ ਕਰ ਲਿਆ। ਦੱਸਤਾ ਤੁਹਾਨੂੰ ਕੀ ਹੈ ਲਗਾਂ ਮੈਂ ਸ਼ਾਰਟ ਦੇ ਵਿੱਚ ਤੁਹਾਨੂੰ ਦੱਸ ਰਿਹਾ। ਲਗਾਂ 10 ਹੁੰਦੀਆਂ ਨੇ, ਠੀਕ ਹੈ ਜੀ। ਜਿਵੇਂ ਤੁਹਾਨੂੰ ਮੈਂ ਆਹ ਟ੍ਰਿਕ ਦੱਸਿਆ ਸੀ, ਸਵਰਾਂ ਦੇ ਨਾਲ ਕਿਹੜੀਆਂ ਲਗਾਵਾਂ ਲੱਗਦੀਆਂ ਨੇ। ਜਿਵੇਂ ਊੜੇ ਨਾਲ ਅਸੀਂ 3 ਲਗਾ ਲੱਗ ਸਕਦੇ ਹਾਂ, ਆੜੇ ਨਾਲ ਸਾਡੇ ਕੋਲ 4 ਲਗਾਵਾਂ ਲੱਗ ਸਕਦੀਆਂ ਨੇ, ਤੇ ਈੜੀ ਨਾਲ ਅਸੀਂ 3 ਲਗਾਵਾਂ ਲਾਉਂਦੇ ਹਾਂ। ਪਰ ਜੇਕਰ ਆਪਾਂ ਵਿਅੰਜਨਾਂ ਦੀ ਗੱਲ ਕਰੀਏ, ਜਿੰਨੇ ਵੀ ਵਿਅੰਜਨ ਆ ਉਹ ਸਾਰਿਆਂ ਨਾਲ ਹੀ ਸਾਰੀਆਂ ਲਗਾਵਾਂ ਲੱਗ ਸਕਦੀਆਂ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਆਪਾਂ ਕਰਿਆ ਲਗਾਖਰ ਮੈਂ ਦੱਸਦਾ ਵੀ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ ਜਿਹੜੇ ਚਿੰਨ੍ਹ ਅਸੀਂ ਵਰਤਦੇ ਹਾਂ, ਉਹਨਾਂ ਚਿੰਨ੍ਹਾਂ ਦੇ ਨਾਲ ਹੋਰ ਚਿੰਨ੍ਹ ਜਿਨ੍ਹਾਂ ਦੀ ਅਸੀਂ ਸਹਾਇਤਾ ਲੈਂਦੇ ਹਾਂ ਉਹਨਾਂ ਨੂੰ ਅਸੀਂ ਲਗਾਖਰ ਦਾ ਨਾਂ ਦਿੱਤਾ। ਠੀਕ ਹੈ ਜੀ। ਲਗਾਖਰ ਪੰਜਾਬੀ ਭਾਸ਼ਾ ਵਿੱਚ ਸਾਡੇ ਕੋਲ 3 ਨੇ। ਠੀਕ ਹੈ ਜੀ, 3 ਨੇ। ਕਿਹੜੇ ਨੇ? ਬਿੰਦੀ ਆ, ਟਿੱਪੀ ਆ ਤੇ ਅਧਕ ਆ। ਹੁਣ ਅੱਗੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇਹਦੇ ਲਈ ਇੱਕ ਛੋਟਾ ਜਿਹਾ ਟ੍ਰਿਕ ਦੱਸਿਆ ਸੀ ਵੀ 643 643 ਯਾਦ ਰੱਖ ਲੈਣਾ। ਪਰ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਵੀ ਬਿੰਦੀ ਤੇ ਟਿੱਪੀ ਅਧਕ ਇਹਨੂੰ ਸੀਰੀਅਲ ਆਰਡਰ ਦੇ ਵਿੱਚ ਲਿਖਣਾ। ਜੇ ਤੁਸੀਂ ਉਲਟ ਪੁਲਟ ਕਰਤੇ ਤਾਂ ਤੁਹਾਨੂੰ ਇਹ ਮੈਥਡ ਅਪਲਾਈ ਨਹੀਂ ਕਰ ਸਕਦੇ ਤੁਸੀਂ ਇਹਦੇ ਵਿੱਚ। ਜਿਵੇਂ ਬਿੰਦੀ ਅਸੀਂ 6 ਲਗਾਵਾਂ ਨਾਲ ਵਰਤ ਸਕਦੇ ਹਾਂ, ਟਿੱਪੀ ਅਸੀਂ 4 ਲਗਾਵਾਂ ਨਾਲ ਵਰਤ ਸਕਦੇ ਹਾਂ, ਤੇ ਅਧਕ ਅਸੀਂ 3 ਲਗਾਵਾਂ ਨਾਲ ਵਰਤ ਸਕਦੇ ਹਾਂ। ਸੋ ਪਿਆਰੇ ਵਿਦਿਆਰਥੀਓ, ਮੈਨੂੰ ਪੂਰੀ ਆਸ ਹੈ ਕਿ ਤੁਸੀਂ ਇਹ ਲੈਸਨ ਨੂੰ, ਸ਼ਾਰਟ ਟ੍ਰਿਕ ਨੂੰ ਚੰਗੀ ਤਰ੍ਹਾਂ ਦੇਖ ਲਿਆ ਹੋਊਗਾ ਤੇ ਤੁਹਾਨੂੰ ਪਤਾ ਵੀ ਲੱਗ ਗਿਆ ਹੋਊਗਾ
ਕਿ ਤੁਸੀਂ ਇਹਨੂੰ ਕਿੱਦਾਂ ਸਿੱਖਣਾ ਤੇ ਕਿੱਦਾਂ ਯਾਦ ਰੱਖਣਾ। ਜੇਕਰ ਤੁਸੀਂ ਇੱਕ ਗੱਲ ਮੈਂ ਹੋਰ ਵੀ ਇੱਥੇ ਕਹਿਣਾ ਚਾਹੁੰਦਾ, ਜੇਕਰ ਤੁਸੀਂ ਵੈਸੇ ਹੀ ਯਾਦ ਰੱਖੋਗੇ ਤਾਂ ਭੁੱਲ ਜਾਓਗੇ। ਟ੍ਰਿਕ ਦੇ ਹਿਸਾਬ ਨਾਲ ਟ੍ਰਿਕ ਜ਼ਰੂਰ ਯਾਦ ਰੱਖਿਓ, ਟ੍ਰਿਕ ਦੇ ਨਾਲ ਤੁਹਾਨੂੰ ਇਹ ਪਤਾ ਲੱਗ ਜੂਗਾ, ਰਿਮਾਈਂਡ ਕਰਨ ਦੀ ਕੋਈ ਲੋੜ ਨਹੀਂ ਹੈ ਤੁਹਾਨੂੰ, ਵੈਸੇ ਹੀ ਯਾਦ ਰਹੂਗੀ ਵੀ ਊੜੇ ਦੇ ਨਾਲ ਅਸੀਂ 3 ਲਾਉਣੀਆਂ, ਆੜੇ ਦੇ ਨਾਲ ਅਸੀਂ 4 ਤੇ ਈੜੀ ਦੇ ਨਾਲ 3 ਲਗਾਵਾਂ ਲੱਗ ਜਾਂਦੀਆਂ। ਇੱਕ ਚੀਜ਼ ਹੋਰ ਰਹਿ ਗਈ, ਉਹ ਮੈਂ ਦੱਸ ਦਿਆਂ। ਅਦਕ ਨਾਲ ਮੈਂ ਕਿਹਾ ਤੁਹਾਨੂੰ 3 ਲਗਾਵਾਂ ਦੇ ਨਾਲ ਅਦਕ ਵਰਤਿਆ ਜਾਂਦਾ, ਪਰ ਕਦੇ ਕਦੇ ਜਦੋਂ ਅਸੀਂ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਆ ਜਿਹੜੇ ਉਹ ਪੰਜਾਬੀ ਦੇ ਵਿੱਚ ਹੂ ਬਹੂ ਲਿਖਦੇ ਹਾਂ, ਜਦੋਂ ਅਸੀਂ ਅੰਗਰੇਜ਼ੀ ਭਾਸ਼ਾ ਦੇ ਸ਼ਬਦ, ਕੁਝ ਸ਼ਬਦ ਹੈਗੇ ਆ ਜਿਹੜੇ ਅਸੀਂ ਪੰਜਾਬੀ ਭਾਸ਼ਾ 'ਚ ਲਿਖਦੇ ਹਾਂ, ਤਾਂ ਉੱਥੇ ਦੁਲਾਵਾਂ ਦੇ ਨਾਲ ਵੀ ਅਸੀਂ ਅਦਕ ਦੀ ਵਰਤੋਂ ਕਰਦੇ ਹਾਂ। ਠੀਕ ਹੈ ਵਿਦਿਆਰਥੀਓ, ਚਲੋ ਠੀਕ ਹੈ ਜੀ, ਅੱਜ ਦਾ ਲੈਸਨ ਸਾਡਾ ਇੱਥੋਂ ਤੱਕ ਸੀਗਾ। ਨੈਕਸਟ ਆਪਾਂ ਜਿਹੜਾ ਆਹ ਅਧੂਰਾ ਛੱਡਿਆ ਸਵਰ ਤੇ ਇਦੋਂ ਬਿੰਦੀ ਤੇ ਟਿੱਪੀ ਦੀ ਅੱਗੇ ਵਰਤੋਂ ਆ ਜਿਹੜੀ ਉਹ ਦੱਸਾਂਗੇ। ਸੋ ਥੈਂਕ ਯੂ।